ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ। ਸਾਇੰਸ ਦੇ ਆਪਣੇ 4 ਚੈਪਟਰਾਂ ਦੀ ਵਰਕਸ਼ੀਟ ਆਪਾਂ ਕਰ ਲਈਆਂ ਸੀ। ਰਸਾਇਣਕ ਕਿਰਿਆਵਾਂ, ਸਮੀਕਰਨਾਂ, ਪ੍ਰਕਾਸ਼ ਦਾ ਪਰਿਵਰਤਨ ਅਤੇ ਅਪਵਰਤਨ, ਮਨੁੱਖੀ ਅੱਖ ਅਤੇ ਰੰਗ ਬਿਰੰਗਾ ਸੰਸਾਰ, ਅਤੇ ਚੌਥਾ ਕਿਹੜਾ ਕੀਤਾ ਸੀ ਬੇਟਾ, ਤੱਤਾਂ ਦਾ ਆਵਰਤੀ ਵਰਗੀਕਰਨ। ਅੱਜ ਆਪਾਂ ਅਗਲੀਆਂ ਵਰਕਸ਼ੀਟਸ ਹੱਲ ਕਰਦੇ ਹਾਂ। ਚੈਪਟਰ ਆਪਾਂ ਡਿਸਕਸ ਕਰਦੇ ਹਾਂ ਸਾਡਾ ਵਾਤਾਵਰਨ। ਦੇ ਵਿੱਚੋਂ ਪਹਿਲਾ ਕੁਐਸਚਨ ਦੇਖੋ, ਅਧਿਆਪਕ ਨੇ ਵਿਦਿਆਰਥੀਆਂ ਨੂੰ ਸਬਜ਼ੀਆਂ ਦੇ ਛਿਲਕੇ, ਦਵਾਈਆਂ ਦੀਆਂ ਸ਼ੀਸ਼ੀਆਂ, ਦੁੱਧ ਦੀਆਂ ਖਾਲੀ ਥੈਲੀਆਂ, ਵਰਤੀ ਹੋਈ ਚਾਹ ਪੱਤੀ, ਟੁੱਟੇ ਹੋਏ ਜੁੱਤੇ, ਪਲਾਸਟਿਕ ਦੇ ਲਿਫਾਫੇ ਦਿੱਤੇ। ਇਹਨਾਂ ਵਿੱਚੋਂ ਕਿਹੜੇ ਪਦਾਰਥਾਂ ਦਾ ਤੇਜ਼ੀ ਨਾਲ ਅਪਘਟਨ ਹੋਵੇਗਾ? ਆਪਸ਼ਨ ਪਹਿਲੀ ਸਬਜ਼ੀਆਂ ਦੇ ਛਿਲਕੇ ਅਤੇ ਵਰਤੀ ਹੋਈ ਚਾਹ ਪੱਤੀ, ਪਲਾਸਟਿਕ ਦੇ ਲਿਫਾਫੇ, ਦੁੱਧ ਦੀਆਂ ਖਾਲੀ ਥੈਲੀਆਂ, ਤੀਜੀ ਆਪਸ਼ਨ ਟੁੱਟੇ ਹੋਏ ਜੁੱਤੇ, ਦਵਾਈਆਂ ਦੀਆਂ ਸ਼ੀਸ਼ੀਆਂ, ਚੌਥੀ ਸਬਜ਼ੀਆਂ ਦੇ ਛਿਲਕੇ ਅਤੇ ਟੁੱਟੇ ਹੋਏ ਜੁੱਤੇ। ਕਿਹੜੀ ਦਾ ਛੇਤੀ ਨਾਲ ਅਪਘਟਨ ਹੋਏਗਾ? ਕਿਹੜਾ ਛੇਤੀ ਨਾਲ ਗਲੇਗਾ ਬੇਟਾ? ਪਹਿਲੀ ਆਪਸ਼ਨ ਸਬਜ਼ੀਆਂ ਦੇ ਛਿਲਕੇ ਅਤੇ ਵਰਤੀ ਹੋਈ ਚਾਹ ਪੱਤੀ। ਅਗਲਾ, ਜੋਤੀ ਆਪਣੇ ਅਧਿਆਪਕ ਕੋਲੋਂ ਜੈਵ ਅਵਿਘਟਨਸ਼ੀਲ ਪਦਾਰਥਾਂ ਬਾਰੇ ਜਾਣਨਾ ਚਾਹੁੰਦੀ ਹੈ। ਉਸਦੇ ਅਧਿਆਪਕ ਅਨੁਸਾਰ ਜੈਵ ਅਵਿਘਟਨਸ਼ੀਲ ਪਦਾਰਥ ਅਕਿਰਿਆਸ਼ੀਲ ਹੁੰਦੇ ਹਨ ਅਤੇ ਵਾਤਾਵਰਨ ਵਿੱਚ ਉਸੇ ਤਰ੍ਹਾਂ ਹੀ ਬਣੇ ਰਹਿੰਦੇ ਹਨ। ਹੇਠ ਦਿੱਤੇ ਪਦਾਰਥਾਂ ਵਿੱਚੋਂ ਕਿਹੜਾ ਪਦਾਰਥ ਜੈਵ ਅਵਿਘਟਨਸ਼ੀਲ ਹੈ? ਸਬਜ਼ੀਆਂ ਦੇ ਛਿਲਕੇ, ਕਾਗਜ਼ ਦੇ ਟੁਕੜੇ, ਪਲਾਸਟਿਕ ਦੀ ਬੋਤਲ, ਚਮੜੇ ਦੇ ਬੂਟ। ਕਿਹੜਾ ਬੇਟਾ ਨਹੀਂ ਗਲਦਾ, ਐਜ਼ ਇਟ ਇਜ਼ ਹੀ ਪਿਆ ਰਹੇਗਾ, ਪਲਾਸਟਿਕ ਦੀ ਬੋਤਲ। ਤੁਸੀਂ ਦੇਸ਼ ਦੇ ਚੰਗੇ ਨਾਗਰਿਕ ਹੋਣ ਦੇ ਨਾਤੇ ਦੱਸੋ ਕਿ ਹੇਠ ਲਿਖੇ ਕਿਹੜੇ ਵਿਵਹਾਰ ਦਰਸਾਓਗੇ? ਪਹਿਲੀ ਆਪਸ਼ਨ ਬਾਜ਼ਾਰ ਜਾਂਦੇ ਹੋਏ ਸਮਾਨ ਲਈ ਕੱਪੜੇ ਦਾ ਥੈਲਾ ਲੈ ਕੇ ਜਾਣਾ, ਸਹੀ, ਇਹ ਵੀ ਆਪਾਂ ਅਪਣਾਵਾਂਗੇ। ਕਾਰ ਸਮਾਪਤ ਹੋਣ 'ਤੇ ਲਾਈਟ ਅਤੇ ਪੱਖੇ ਦੀ ਸਵਿੱਚ ਬੰਦ ਕਰ ਦੇਣਾ, ਇਹ ਵੀ ਠੀਕ। ਸਕੂਟਰ ਦੀ ਬਜਾਏ ਪੈਦਲ ਸਕੂਲ ਜਾਣਾ, ਇਹ ਵੀ ਠੀਕ। ਤਾਂ ਇਹ ਸਾਰੇ ਹੀ ਠੀਕ ਨੇ ਇੱਕ ਚੰਗੇ ਨਾਗਰਿਕ ਹੋਣ ਦੇ ਨਾਤੇ, ਮਤਲਬ ਆਪਸ਼ਨ ਫੋਰਥ ਉਪਰੋਕਤ ਸਾਰੇ। ਰਾਮ ਨੇ ਅੱਜ ਪੜ੍ਹਿਆ ਓਜ਼ੋਨ ਪਰਤ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹੈ। ਕੀ ਤੁਸੀਂ ਦੱਸ ਸਕਦੇ ਹੋ ਕਿ ਓਜ਼ੋਨ ਪਰਤ ਕਿਉਂ ਜ਼ਰੂਰੀ ਹੈ? ਪਹਿਲੀ ਆਪਸ਼ਨ ਹੈ ਇਹ ਪਰਾਬੈਂਗਨੀ ਕਿਰਨਾਂ ਨੂੰ ਧਰਤੀ 'ਤੇ ਪਹੁੰਚਣ ਤੋਂ ਰੋਕਦੀ ਹੈ, ਸਹੀ। ਇਹ ਕਈ ਗੈਸਾਂ ਦੇ ਨਿਰਮਾਣ ਵਿੱਚ ਸਹਾਇਕ ਹੈ, ਗਲਤ। ਇਹ ਧਰਤੀ 'ਤੇ ਪੌਦਿਆਂ ਦੇ ਵਧਣ ਫੁੱਲਣ ਵਿੱਚ ਮਦਦ ਕਰਦੀ ਹੈ, ਗਲਤ। ਚਲੋ ਇਹਦੇ ਲਈ ਪਹਿਲੀ ਆਪਸ਼ਨ ਸਹੀ ਬਣੇਗੀ, ਇਹ ਪਰਾਬੈਂਗਨੀ ਕਿਰਨਾਂ ਨੂੰ ਧਰਤੀ 'ਤੇ ਪਹੁੰਚਣ ਤੋਂ ਰੋਕਦੀ ਹੈ, ਜਿਹੜੀਆਂ ਬਹੁਤ ਜ਼ਿਆਦਾ ਹਾਨੀਕਾਰਕ ਨੇ। ਇਹਦੇ ਨਾਲ ਚਮੜੀ ਦਾ ਕੈਂਸਰ ਹੁੰਦਾ ਹੈ। ਅਗਲਾ ਪੰਜਵਾਂ, ਅੱਜ ਨੇਹਾ ਨੇ ਨਿਖੇੜਕਾਂ ਬਾਰੇ ਸਿੱਖਿਆ। ਪ੍ਰਸਿੱਧਕ ਪ੍ਰਬੰਧ ਵਿੱਚ ਨਿਖੇੜਕਾਂ ਦਾ ਕੀ ਕੰਮ ਹੈ? ਕੀ ਕੰਮ ਹੈ ਬੇਟਾ ਨਿਖੇੜਕਾਂ ਦਾ? ਜਿਹੜੇ ਮ੍ਰਿਤ ਗਲੇ ਸੜੇ ਜੀਵ ਹੁੰਦੇ ਉਹਨਾਂ ਦਾ ਅਪਘਟਨ ਕਰਨਾ। ਦੂਜੀ ਆਪਸ਼ਨ ਸਹੀ ਬਣੇਗੀ। ਕਿਸ ਕਿਰਿਆ ਰਾਹੀਂ ਫਸਲਾਂ ਵਿੱਚ ਵਰਤੇ ਜਾਣ ਵਾਲੇ ਰਸਾਇਣ ਹਰੇਕ ਆਹਾਰੀ ਪੱਧਰ 'ਤੇ ਵੱਧ ਜਾਂਦੇ ਹਨ? ਇਸਨੂੰ ਕੀ ਬੋਲਦੇ ਹਾਂ ਆਪਾਂ? ਹਰੇਕ ਆਹਾਰੀ ਪੱਧਰ 'ਤੇ ਹਾਨੀਕਾਰਕ ਰਸਾਇਣਾਂ ਦੇ ਵਾਧੇ ਨੂੰ ਆਪਾਂ ਕੀ ਬੋਲਦੇ ਹਾਂ? ਜੈਵਿਕ ਵਧਾਓ। ਪ੍ਰਸਿੱਧਕ ਪ੍ਰਬੰਧ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜਾ ਭੌਤਿਕ ਕਾਰਕ ਨਹੀਂ ਹੈ? ਕਿਹੜਾ ਭੌਤਿਕ ਕਾਰਕ ਨਹੀਂ ਹੈ ਬੇਟਾ? ਧੁੱਪ, ਵਰਖਾ, ਮਿੱਟੀ, ਇਹ ਸਾਰੇ ਹੈਗੇ ਨੇ। ਕਾਈ ਆ ਜਿਹੜਾ ਭੌਤਿਕ ਕਾਰਕ ਨਹੀਂ ਹੈ। ਅੱਗੇ, ਅੱਜ ਅਧਿਆਪਕ ਨੇ ਨੀਲੀ ਹਰੀ ਕਾਈ ਬਾਰੇ ਦੱਸਿਆ ਜਿਨ੍ਹਾਂ ਵਿੱਚ ਪ੍ਰਕਾਸ਼ ਸੰਸਲੇਸ਼ਨ ਦੀ ਸਮਰੱਥਾ ਹੁੰਦੀ ਹੈ। ਇਹ ਕਿਸ ਵਰਗ ਵਿੱਚ ਆਉਂਦੇ ਹਨ? ਕਿਸ ਵਰਗ ਵਿੱਚ ਆਉਂਦੇ ਹਨ ਬੇਟਾ? ਪੌਦਿਆਂ 'ਚ ਆ ਗਿਆ, ਇਹ ਉਤਪਾਦਕ 'ਚ ਆਉਂਦੇ ਨੇ, ਪਹਿਲੇ ਆਹਾਰੀ ਪੱਧਰ। ਅਗਲੀ ਵੀ ਹੋਰ ਕੁਐਸਚਨ ਇਸੇ ਚੈਪਟਰ ਨਾਲ ਰਿਲੇਟਡ। 9ਵਾਂ, ਕੁਲਦੀਪ ਨੂੰ ਰਸਾਲੇ ਵਿੱਚ ਇੱਕ ਲੇਖ ਤੋਂ ਪਤਾ ਲੱਗਾ ਕਿ 1980 ਵਿੱਚ ਵਾਯੂਮੰਡਲ ਵਿੱਚ ਓਜ਼ੋਨ ਪਰਤ ਵਿੱਚ ਤੇਜ਼ੀ ਨਾਲ ਕਮੀ ਹੋਣ ਲੱਗੀ। ਅਧਿਆਪਕ ਤੋਂ ਇਸ ਬਾਰੇ ਪੁੱਛਣ 'ਤੇ ਉਸਨੂੰ ਪਤਾ ਲੱਗਿਆ ਕਿ ਕੁਝ ਰਸਾਇਣ ਓਜ਼ੋਨ ਪਰਤ ਨੂੰ ਨੁਕਸਾਨ ਪਹੁੰਚਾਉਂਦੇ ਹਨ। ਕਿਹੜਾ ਰਸਾਇਣ ਓਜ਼ੋਨ ਪਰਤ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਉਂਦਾ ਹੈ? ਕਾਰਬਨ ਡਾਈਆਕਸਾਈਡ, ਨਾਈਟ੍ਰੋਜਨ, ਕਲੋਰੋਫਲੋਰੋ ਕਾਰਬਨ, ਉਪਰੋਕਤ ਵਿੱਚੋਂ ਕੋਈ ਨਹੀਂ। ਕਿਹੜਾ ਪਹੁੰਚਾਉਂਦਾ ਬੇਟਾ? ਕਲੋਰੋਫਲੋਰੋ ਕਾਰਬਨ। ਅਧਿਆਪਕ ਨੇ ਅੱਜ ਦੱਸਿਆ ਕਿ ਸਾਡੇ ਦੁਆਰਾ ਪੈਦਾ ਕੂੜਾ ਕਰਕਟ ਦਾ ਨਿਪਟਾਰਾ ਇੱਕ ਗੰਭੀਰ ਵਾਤਾਵਰਣੀ ਸਮੱਸਿਆ ਹੈ। ਤੁਸੀਂ ਕੂੜੇ ਕਰਕਟ ਦੇ ਨਿਪਟਾਰੇ ਦੀ ਸਮੱਸਿਆ ਘੱਟ ਕਰਨ ਵਿੱਚ ਕਿਵੇਂ ਸਹਿਯੋਗ ਕਰੋਗੇ? ਕਿਵੇਂ ਸਹਿਯੋਗ ਕਰਾਂਗੇ ਬੇਟਾ ਆਪਾਂ? ਪਲਾਸਟਿਕ ਦੀ ਥਾਂ ਕੱਪੜੇ ਦੇ ਥੈਲੇ ਵਰਤ ਕੇ, ਬਿਲਕੁਲ। ਪਲਾਸਟਿਕ ਦੇ ਕੱਪਾਂ ਦੀ ਥਾਂ ਕੁੱਲਹੜ ਵਰਤ ਕੇ, ਠੀਕ ਹੈ। ਗਿੱਲੇ ਅਤੇ
ਸੁੱਕੇ ਕੂੜੇ ਲਈ ਵੱਖਰੇ ਵੱਖਰੇ ਕੂੜੇਦਾਨਾਂ ਦਾ ਬਚਾਓ ਕਰਕੇ, ਇਹ ਵੀ ਠੀਕ ਹੈ। ਮਤਲਬ ਆਪਾਂ ਉਪਰੋਕਤ ਸਾਰੇ ਕੰਮ ਇਹਦੇ ਲਈ ਕਰਾਂਗੇ। ਠੀਕ ਹੈ ਬੇਟਾ। ਅਗਲਾ ਕੁਐਸਚਨ ਦੇਖੋ, ਸੁਧੀਰ ਨੇ ਪੜ੍ਹਿਆ ਹੈ ਕਿ ਜਦੋਂ ਕੋਈ ਜੀਵ ਮਰ ਜਾਂਦਾ ਹੈ ਤਾਂ ਜੀਵਾਣੂ ਅਤੇ ਉੱਲੀ ਜਿਹੇ ਸੂਖਮ ਜੀਵ ਮਰੇ ਜੀਵਾਂ ਦੇ ਅਵਸ਼ੇਸ਼ਾਂ ਦਾ ਅਪਘਟਨ ਕਰਦੇ ਹਨ। ਇਹਨਾਂ ਸੂਖਮ ਜੀਵਾਂ ਨੂੰ ਕੀ ਕਿਹਾ ਜਾਂਦਾ ਬੇਟਾ? ਨਿਖੇੜਕ। ਠੀਕ ਹੈ, ਆਪਾਂ ਪਹਿਲਾਂ ਵੀ ਕਰ ਚੁੱਕੇ। ਅਗਲਾ ਕੁਐਸਚਨ, ਸ਼ੈਫੀ ਨੇ ਅੱਜ ਭੋਜਨ ਲੜੀ ਬਾਰੇ ਪੜ੍ਹਿਆ ਹੈ। ਹੇਠ ਲਿਖਿਆਂ ਵਿੱਚੋਂ ਕਿਹੜੇ ਭੋਜਨ ਲੜੀ ਦਾ ਨਿਰਮਾਣ ਕਰਦੇ ਹਨ? ਕਿਹੜੇ ਕਰਦੇ ਹਨ ਬੇਟਾ? ਇਹਨਾਂ ਦੇ ਵਿੱਚੋਂ ਬਹੁਤ ਆਸਾਨ ਹੈ ਤਾਂ ਘਾਹ, ਬੱਕਰੀ, ਸ਼ੇਰ। ਘਾਹ ਨੂੰ ਬੱਕਰੀ ਖਾ ਜਾਂਦੀ ਹੈ ਅਤੇ ਬੱਕਰੀ ਨੂੰ ਸ਼ੇਰ ਭੋਜਨ ਵਜੋਂ ਵਰਤਦਾ ਹੈ। ਤਰਨਦੀਪ ਨੇ ਕੁਝ ਕੂੜਾ ਕਰਕਟ ਬਗੀਚੇ ਵਿੱਚ ਡੂੰਘੇ ਟੋਏ ਵਿੱਚ ਦੱਬ ਦਿੱਤਾ। ਹੇਠ ਲਿਖਿਆਂ ਵਿੱਚੋਂ ਕਿਸ ਪਦਾਰਥ ਦਾ ਵਿਘਟਨ ਆਸਾਨੀ ਨਾਲ ਨਹੀਂ ਹੋਵੇਗਾ? ਅਖਬਾਰ ਦੇ ਟੁਕੜੇ, ਇਹ ਵੀ ਹੋ ਜਾਣਗੇ ਅਪਘਟਿਤ। ਸਬਜ਼ੀਆਂ ਦੇ ਛਿਲਕੇ ਵੀ ਹੋ ਜਾਣਗੇ। ਸੂਤੀ ਕੱਪੜੇ ਦਾ ਥੈਲਾ ਵੀ ਹੋ ਜਾਏਗਾ। ਪਲਾਸਟਿਕ ਦੀ ਬੋਤਲ ਦਾ ਵਿਘਟਨ ਆ ਜਿਹੜਾ ਉਹ ਜਲਦੀ ਆਸਾਨੀ ਨਾਲ ਨਹੀਂ ਹੋਏਗਾ। ਠੀਕ ਹੈ, ਇਹਦੇ ਲਈ ਤੀਜੀ ਆਪਸ਼ਨ ਸਹੀ ਬਣੇਗੀ। ਕਿਸੇ ਜੀਵ ਦੁਆਰਾ ਖਾਧੇ ਗਏ ਭੋਜਨ ਦਾ ਡੈਸ਼ ਹਿੱਸਾ ਹੀ ਜੀਵ ਪੁੰਜ ਵਿੱਚ ਬਦਲਦਾ ਹੈ। ਕਿੰਨਾ ਹਿੱਸਾ ਬਦਲਦਾ ਬੇਟਾ? 10% ਹਿੱਸਾ। DDT ਦਾ ਪੂਰਾ ਨਾਂ ਕੀ ਹੈ? DDT ਦਾ ਪੂਰਾ ਨਾਂ ਡਾਈਫਿਨਾਈਲ ਟਰਾਈਕਲੋਰੋਈਥੇਨ ਹੈ। ਠੀਕ ਹੈ, ਮਤਲਬ ਇਹਦੇ ਲਈ ਪਹਿਲੀ ਆਪਸ਼ਨ ਸਹੀ ਬਣੂਗੀ। DDT ਦਾ ਫੁੱਲ ਫਾਰਮ ਇੰਪੋਰਟੈਂਟ ਹੈ ਬੇਟਾ, ਇਹ ਡਾਈਫਿਨਾਈਲ। ਠੀਕ ਹੈ, ਡਾਈਫਿਨਾਈਲ ਅੱਗੇ ਟਰਾਈਕਲੋਰੋਈਥੇਨ ਹੈ। ਠੀਕ ਹੈ, ਇਹ ਇਹਦੀ ਫੁੱਲ ਫਾਰਮ ਹੈ, ਡਾਈਫਿਨਾਈਲ ਟਰਾਈਕਲੋਰੋਈਥੇਨ ਹੈ। ਠੀਕ ਹੈ, ਚਲੋ ਇਹਦੇ ਲਈ ਕਿਹੜੀ ਆਪਸ਼ਨ ਸਹੀ ਆਊਗੀ? ਪਹਿਲੀ ਆਪਸ਼ਨ ਇਹਦੇ ਲਈ ਸਹੀ ਹੈ ਜੀ। ਕਿਸੇ ਭੋਜਨ ਲੜੀ ਵਿੱਚ ਦੂਜੇ ਆਹਾਰੀ ਪੱਧਰ 'ਤੇ ਹੁੰਦੇ ਹਨ। ਕੌਣ ਹੁੰਦੇ ਆ ਦੂਜੇ ਆਹਾਰੀ ਪੱਧਰ 'ਤੇ? ਪਹਿਲੇ ਆਹਾਰੀ ਪੱਧਰ 'ਤੇ ਉਤਪਾਦਕ ਆਉਂਦੇ ਆ। ਦੂਜੇ ਆਹਾਰੀ ਪੱਧਰ 'ਤੇ ਕਿਹੜੇ ਹੁੰਦੇ ਆ ਬੇਟਾ? ਸ਼ਾਕਾਹਾਰੀ। ਤੀਜੇ ਆਹਾਰੀ ਪੱਧਰ 'ਤੇ ਮਾਸਾਹਾਰੀ ਆ ਜਾਂਦਾ। ਠੀਕ ਹੈ, ਅੱਗੇ ਆਪਣਾ ਊਰਜਾ ਦੇ ਸੋਮੇ ਆ, ਇਹ ਆਪਣੇ ਸਿਲੇਬਸ ਦੇ ਵਿੱਚ ਨਹੀਂ ਹੈ, ਆਪਾਂ ਨਹੀਂ ਕਰਾਂਗੇ। ਅਗਲਾ ਦੇਖੋ, ਕਾਰਬਨ ਅਤੇ ਉਸਦੇ ਯੌਗਿਕ ਚੈਪਟਰ, ਇਸ ਦੀ ਵਰਕਸ਼ੀਟ। ਪਹਿਲਾ ਕੁਐਸਚਨ ਦੇਖੋ, ਗੈਸ ਵੈਲਡਿੰਗ ਦੌਰਾਨ ਵਰਤੀ ਜਾਣ ਵਾਲੀ ਐਸਟੀਲੀਨ ਗੈਸ ਦਾ ਰਸਾਇਣਿਕ ਸੂਤਰ ਕੀ ਹੈ? ਕੀ ਹੈ ਬੇਟਾ? C2H2। ਇਹ ਹੁੰਦਾ ਇਹਦਾ ਰਸਾਇਣਿਕ ਸੂਤਰ, ਰਸਾਇਣਿਕ ਬਣਤਰ। ਠੀਕ ਹੈ, ਐਸਟੀਲੀਨ ਗੈਸ ਇਥਾਇਨ ਹੋ ਗਿਆ ਇਹ। ਠੀਕ ਹੈ, CH4 ਅਣੂ ਵਿੱਚ ਕਿੰਨੇ ਸਹਿ ਸੰਯੋਜੀ ਬੰਧਨ ਹੁੰਦੇ ਹਨ? ਮੀਥੇਨ 'ਚ CH4 'ਚ। ਠੀਕ ਹੈ, ਇਹ ਬਣ ਗਿਆ ਅਣੂ ਇਹਦਾ। ਗਿਣ ਲਓ ਇਹਦੇ ਵਿੱਚ ਕਿੰਨੇ ਸਹਿ ਸੰਯੋਜੀ ਬੰਧਨ ਹਨ ਬੇਟਾ? 1 2 3 4। 4 ਸਹਿ ਸੰਯੋਜੀ ਬੰਧਨ ਹੁੰਦੇ ਹਨ। N-ਬਿਊਟੇਨ ਦਾ ਅਣਵੀ ਫਾਰਮੂਲਾ ਹੁੰਦਾ ਹੈ C4H10। ਕਿਵੇਂ? ਜਿਹੜਾ ਅਲਕੇਨ ਹੁੰਦਾ ਉਹਦਾ ਸੂਤਰ ਹੁੰਦਾ ਹੈ CnH2n+2। ਅਲਕੇਨ ਦਾ ਸੂਤਰ ਇਹ ਹੁੰਦਾ। ਹੁਣ ਬਿਊਟੇਨ ਹੈ, N-ਬਿਊਟੇਨ ਹੈ, N ਬਿਊਟੇਨ ਵਾਸਤੇ N ਕਿੰਨਾ ਹੋਊਗਾ? 4, ਤਾਂ C4, H 4 ਦੂਣੀ 8 ਅਤੇ 2 10, C4H10। ਚਲੋ ਇਹ ਆਪਸ਼ਨ ਇਹਦੇ ਲਈ ਸਹੀ ਬਣ ਜੇਗੀ। ਇੱਕ ਕਿਸਾਨ ਗੋਬਰ ਗੈਸ ਪਲਾਂਟ ਤੋਂ ਪ੍ਰਾਪਤ ਗੈਸ ਨੂੰ ਬਾਲਣ ਵਜੋਂ ਵਰਤਦਾ ਹੈ। ਗੋਬਰ ਗੈਸ ਵਿਚਲੀ ਹਾਈਡਰੋਕਾਰਬਨ ਦਾ ਮੁੱਖ ਅੰਸ਼ ਕਿਹੜਾ ਹੈ? ਜਿਹੜੀ ਗੋਬਰ ਗੈਸ ਦੇ ਵਿੱਚ ਮੁੱਖ ਅੰਸ਼ ਕਿਹੜਾ ਬੇਟਾ ਹੁੰਦਾ? ਮੀਥੇਨ। ਆਮ ਘਰਾਂ ਵਿੱਚ, ਸਾਡੇ ਘਰਾਂ ਵਿੱਚ ਆਮ ਤੌਰ 'ਤੇ LPG ਬਾਲਣ ਦੇ ਤੌਰ 'ਤੇ ਵਰਤੀ ਜਾਂਦੀ ਹੈ। LPG ਵਿੱਚ ਮੁੱਖ ਤੌਰ 'ਤੇ ਕਿਹੜੀ ਗੈਸ ਹੁੰਦੀ ਹੈ ਬੇਟਾ? ਬਿਊਟੇਨ। ਠੀਕ ਹੈ, ਪੂਜਾ ਦੀ ਮਾਤਾ ਨੇ ਅੰਬ ਦਾ ਅਚਾਰ ਪਾਉਣ ਵੇਲੇ ਸਿਰਕੇ ਦਾ ਇਸਤੇਮਾਲ ਵੀ ਕੀਤਾ। ਸਿਰਕਾ ਜਿਸ ਤੇਜ਼ਾਬ ਦਾ ਘੋਲ ਹੁੰਦਾ ਉਸਦਾ ਸੂਤਰ ਕੀ ਹੈ? ਸਿਰਕਾ ਐਸਟਿਕ ਤੇਜ਼ਾਬ ਦਾ ਘੋਲ ਹੁੰਦਾ, ਐਸਟਿਕ ਐਸਿਡ ਦਾ, ਉਸਦਾ ਸੂਤਰ ਹੁੰਦਾ CH3COOH। ਠੀਕ ਹੈ ਬੇਟਾ। ਕਿਸ ਗੁਣ ਕਾਰਨ ਕਾਰਬਨ ਬਹੁਤਾਂਤ ਦੇ ਯੌਗਿਕ ਬਣਾਉਂਦਾ ਹੈ? ਕਾਫੀ ਇੰਪੋਰਟੈਂਟ ਹੈ। ਕਿਸ ਕਾਰਨ ਬਣਾਉਂਦਾ? ਵੀ ਚੌਂਹਠ ਸੰਯੋਜਕਤਾ ਅਤੇ ਲੜੀ ਬੰਧਨ ਦੋਨੋਂ ਕਰਕੇ। ਚਲੋ ਊੜਾ ਅਤੇ ਆੜਾ ਆਪਸ਼ਨ ਇਹਦੇ ਲਈ ਦੋਨੋਂ ਸਹੀ ਹਨ।
ਪ੍ਰਕਿਰਤੀ ਵਿੱਚ ਕਾਰਬਨ ਤੱਤ ਬਹੁਤ ਸਾਰੇ ਵੱਖ-ਵੱਖ ਰੂਪਾਂ ਵਿੱਚ ਪਾਇਆ ਜਾਂਦਾ ਹੈ। ਹੇਠ ਲਿਖਿਆਂ ਵਿੱਚੋਂ ਕਿਹੜਾ ਕਾਰਬਨ ਦਾ ਇੱਕ ਰੂਪ ਹੈ? ਹੀਰਾ, ਗ੍ਰੇਫਾਈਟ, ਟੰਗਸਟਨ, ਫਲੋਰੀਨ, ਉਪਰੋਕਤ ਸਾਰੇ ਹੀ ਇਹਦੇ ਕਾਰਬਨ ਦੇ ਰੂਪ ਹਨ। ਮੀਨਾ ਨੇ ਕਾਰਬਨ ਯੌਗਕਾਂ ਦੇ ਪਿਘਲਣ ਅੰਕ ਅਤੇ ਉਬਲਣ ਅੰਕ ਬਾਰੇ ਪੜ੍ਹਿਆ ਕਿ ਇਹਨਾਂ ਯੌਗਕਾਂ ਦੇ ਪਿਘਲਣ ਅੰਕ ਅਤੇ ਉਬਲਣ ਅੰਕ ਉੱਚੇ ਹੁੰਦੇ ਹਨ। ਇਸ ਦਾ ਕੀ ਕਾਰਨ ਹੈ? ਅਣੂਆਂ ਵਿਚਕਾਰ ਕਮਜ਼ੋਰ ਖਿੱਚ ਬਲ, ਅਣੂਆਂ ਵਿਚਕਾਰ ਪ੍ਰਬਲ ਖਿੱਚ ਬਲ, ਅਣੂਆਂ ਵਿਚਕਾਰ ਖਿੱਚ ਬਲ ਨਾ ਹੋਣਾ। ਉਪਰੋਕਤ ਵਿੱਚੋਂ ਕੋਈ ਨਹੀਂ। ਕਿਹੜਾ ਸਹੀ ਹੈ ਬੇਟਾ? ਅਣੂਆਂ ਵਿਚਕਾਰ ਪ੍ਰਬਲ ਖਿੱਚ ਬਲ ਹੁੰਦੀ ਹੈ, ਇਸ ਕਰਕੇ ਹੁੰਦਾ ਇਹ। ਦੇਖੋ ਅਗਲਾ, ਦੇਖੋ ਦੀਪਿਕਾ ਦੇ ਪਿਤਾ ਜੀ ਨੇ ਉਸਨੂੰ ਦੱਸਿਆ ਕਿ ਬਨਸਪਤੀ ਘਿਓ ਨੂੰ ਬਨਸਪਤੀ ਤੇਲ ਨਾਲ ਤਿਆਰ ਕੀਤਾ ਜਾਂਦਾ ਹੈ। ਬਨਸਪਤੀ ਤੇਲ ਨੂੰ ਬਨਸਪਤੀ ਘਿਓ ਵਿੱਚ ਬਦਲਣ ਦੀ ਕਿਰਿਆ ਨੂੰ ਕੀ ਆਖਦੇ ਆਪਾਂ ਬੇਟਾ? ਹਾਈਡਰੋਜਨੀਕਰਨ। ਬਨਸਪਤੀ ਘਿਓ ਹੈ ਜਿਹੜਾ ਉਹ ਅਸੰਤ੍ਰਿਪਤ ਹਾਈਡਰੋਕਾਰਬਨ ਹੈ। ਬਨਸਪਤੀ ਤੇਲ ਅਸੰਤ੍ਰਿਪਤ ਹੈ ਅਤੇ ਬਨਸਪਤੀ ਘਿਓ ਹੈ ਜਿਹੜਾ ਉਹ ਸੰਤ੍ਰਿਪਤ ਹੈ। ਠੀਕ ਹੈ, ਤਾਂ ਉਸਨੂੰ ਬਦਲਣ ਦੀ ਕਿਰਿਆ ਨੂੰ ਆਪਾਂ ਹਾਈਡਰੋਜਨ ਐਡ ਕਰਦੇ ਹਾਂ, ਉਹਨੂੰ ਹਾਈਡਰੋਜਨੀਕਰਨ ਕਹਿੰਦੇ ਹਾਂ। ਅਗਲਾ ਫੇਰ, ਦੋ ਪਦਾਰਥ ਪੀ ਅਤੇ ਕਿਊ ਕਿਰਿਆ ਕਰਕੇ ਇੱਕ ਮਿੱਠਾ ਸੰਬੰਧਿਤ ਪਦਾਰਥ ਆਰ ਪੈਦਾ ਕਰਦੇ ਹਨ। ਇਸ ਹੇਠਾਂ ਦਿੱਤੇ ਵਿੱਚੋਂ ਕਿਹੜੀ ਪ੍ਰਤੀਕਿਰਿਆ ਇਸ ਬਾਰੇ ਸਹੀ ਹੈ? ਕਿਹੜੀ ਸਹੀ ਹੈ ਬੇਟਾ? ਐਸਟਰੀਕਰਨ। ਕਾਰਬੋਕਸਿਲਿਕ ਤੇਜ਼ਾਬ ਅਤੇ ਅਲਕੋਹਲ ਆਪਸ ਵਿੱਚ ਕਿਰਿਆ ਕਰਕੇ ਐਸਟਰ ਬਣਾਉਂਦੇ ਨੇ ਜੋ ਮਿੱਠੀ ਸੁਗੰਧ ਦਿੰਦੇ ਹਨ। ਠੀਕ ਹੈ, ਜਿਹੜੀ ਆਪਸ਼ਨ ਸਹੀ ਬਣੇਗੀ। ਸੁਦੇਸ਼ ਨੇ ਅਖਬਾਰ ਦੇ ਸਿਹਤ ਕਾਲਮ ਵਿੱਚ ਪੜ੍ਹਿਆ ਕਿ ਕੁਝ ਬਨਸਪਤੀ ਤੇਲ ਸਿਹਤ ਨੂੰ ਚੰਗਾ ਕਰਨ ਵਾਲੇ ਹਨ, ਕੁਝ ਸਿਹਤ ਲਈ ਹਾਨੀਕਾਰਕ ਹਨ। ਭੋਜਨ ਪਕਾਉਣ ਲਈ ਕਿਸ ਪ੍ਰਕਾਰ ਦੇ ਤੇਲ ਦਾ ਉਪਯੋਗ ਕਰਨਾ ਚਾਹੀਦਾ ਹੈ? ਅਸੰਤ੍ਰਿਪਤ ਫੈਟ ਐਸਿਡ ਵਾਲੇ ਤੇਲਾਂ ਦਾ। ਹੁਣ ਤੱਕ ਜਾਣੇ ਜਾਂਦੇ ਪਦਾਰਥਾਂ ਵਿੱਚੋਂ ਸਭ ਤੋਂ ਸਖਤ ਪਦਾਰਥ ਕਿਹੜਾ ਹੈ? ਗ੍ਰੇਫਾਈਟ, ਲੋਹਾ, ਤਾਂਬਾ, ਹੀਰਾ। ਹੀਰਾ ਸਭ ਤੋਂ ਜ਼ਿਆਦਾ ਕਠੋਰ ਪਦਾਰਥ ਹੈ। ਕਾਰਬਨ ਵਿੱਚ ਕਾਰਬਨ ਦੇ ਹੀ ਹੋਰ ਪਰਮਾਣੂ ਨਾਲ ਬੰਧਨ ਬਣਾ ਕੇ ਲੰਬੀ ਲੜੀ ਵਾਲੇ ਅਣੂ ਬਣਾਉਣ ਦੀ ਅਨੋਖੀ ਸਮਰੱਥਾ ਹੈ। ਇਸ ਸਮਰੱਥਾ ਨੂੰ ਕੀ ਆਖਦੇ ਨੇ? ਕੀ ਆਖਦੇ ਨੇ ਬੇਟਾ? ਲੜੀ ਬੰਧਨ। ਠੀਕ ਹੈ, ਉਹ ਲੜੀ ਦੇ ਵਿੱਚ ਜੁੜਦਾ ਹੈ। ਅਗਲਾ, ਕਾਰਬਨ ਆਪਣੇ ਜਾਂ ਦੂਜੇ ਤੱਤਾਂ ਜਿਵੇਂ ਕਿ ਆਕਸੀਜਨ, ਨਾਈਟ੍ਰੋਜਨ ਅਤੇ ਕਲੋਰੀਨ ਨਾਲ ਆਮ ਤੌਰ 'ਤੇ ਕਿਸ ਤਰ੍ਹਾਂ ਦੇ ਬੰਧਨ ਬਣਾਉਂਦਾ ਹੈ? ਇਸ ਤਰ੍ਹਾਂ ਦੇ ਬਣਾਉਂਦਾ ਬੇਟਾ ਸਹਿ ਸੰਯੋਜੀ, ਕੋਵੈਲੈਂਟ ਬੌਂਡਿੰਗ। ਕਿਹੜਾ ਹਾਈਡਰੋਕਾਰਬਨ ਕਾਲੇ ਧੂਏ ਵਾਲੀ ਪੀਲੀ ਲਾਟ ਦਿੰਦੇ ਹਨ? ਕਿਹੜੇ ਦਿੰਦੇ ਹਨ ਬੇਟਾ? ਅਸੰਤ੍ਰਿਪਤ ਹਾਈਡਰੋਕਾਰਬਨ ਕਾਲੀ ਧੂਏ ਵਾਲੀ ਪੀਲੀ ਲਾਟ ਦਿੰਦੇ ਹਨ। ਹੇਠ ਲਿਖਿਆਂ ਵਿੱਚੋਂ ਸੰਤ੍ਰਿਪਤ ਹਾਈਡਰੋਕਾਰਬਨ ਦੀ ਚੋਣ ਕਰੋ। ਕਿਹੜੇ ਸੰਤ੍ਰਿਪਤ ਹਾਈਡਰੋਕਾਰਬਨ? ਅਲਕੀਨ ਅਤੇ ਅਲਕਾਇਨ ਆ ਜਿਹੜੇ ਉਹ ਅਸੰਤ੍ਰਿਪਤ ਹਾਈਡਰੋਕਾਰਬਨਾਂ 'ਚ ਆਉਂਦੇ ਨੇ। ਠੀਕ ਹੈ, ਅਸੰਤ੍ਰਿਪਤ ਹਾਈਡਰੋਕਾਰਬਨਾਂ 'ਚ ਕਿਹੜੇ ਹੁੰਦੇ ਨੇ? ਅਲਕੀਨ ਅਤੇ ਅਲਕਾਇਨ। ਸੰਤ੍ਰਿਪਤ ਕਿਹੜਾ? ਅਲਕੇਨ। ਬਨਸਪਤੀ ਘਿਓ ਦਾ ਦੀਵਾ ਜਲਾਉਣ 'ਤੇ ਸਾਫ਼ ਲਾਟ ਵਿਖਾਈ ਦਿੰਦੀ ਹੈ। ਬਨਸਪਤੀ ਘਿਓ ਕਿਸ ਕਿਸਮ ਦਾ ਯੌਗ ਹੈ? ਸੰਤ੍ਰਿਪਤ ਆ ਜਿਹੜੇ ਉਹ ਸਾਫ਼ ਲਾਟ ਦਿੰਦੇ ਨੇ। ਅਸੰਤ੍ਰਿਪਤ ਕਾਲੇ ਧੂਏ ਵਾਲੀ ਪੀਲੀ ਲਾਟ। ਰਾਣੀ ਨੇ ਅਧਿਆਪਕ ਤੋਂ ਪੁੱਛਿਆ ਕਿ ਕੱਲ੍ਹ ਸਾਬਣ ਨਾਲ ਕੱਪੜੇ ਧੋਣ ਸਮੇਂ ਝੱਗ ਨਹੀਂ ਬਣੀ, ਇਸ ਦਾ ਕੀ ਕਾਰਨ ਹੋ ਸਕਦਾ? ਕੀ ਕਾਰਨ ਹੋ ਸਕਦਾ ਵੀ ਉਹ ਜਿਹੜਾ ਪਾਣੀ ਸੀ ਉਹ ਕਿਹੜਾ ਸੀ? ਕਠੋਰ ਪਾਣੀ ਦੇ ਵਿੱਚ ਝੱਗ ਨਹੀਂ ਬਣਦੀ। ਅਗਲਾ ਚੈਪਟਰ ਆਪਣਾ ਜੈਵਿਕ ਪ੍ਰਕਿਰਿਆਵਾਂ, ਉਹਦੇ ਵਿੱਚੋਂ ਵਰਕਸ਼ੀਟ ਹੈ। ਰਮੇਸ਼ ਨੂੰ ਅੱਜ ਪਤਾ ਲੱਗਾ ਹੈ ਕਿ ਸਵੈ-ਪੋਸ਼ੀ ਜੀਵਾਂ ਦੀਆਂ ਊਰਜਾ ਦੀਆਂ ਲੋੜਾਂ ਪ੍ਰਕਾਸ਼ ਸੰਸਲੇਸ਼ਨ ਦੁਆਰਾ ਪੂਰੀਆਂ ਹੁੰਦੀਆਂ ਹਨ। ਹੇਠ ਲਿਖਿਆਂ ਵਿੱਚੋਂ ਕਿਹੜੀ ਘਟਨਾ ਪ੍ਰਕਾਸ਼ ਸੰਸਲੇਸ਼ਨ ਦੌਰਾਨ ਵਾਪਰਦੀ ਹੈ? ਫਸਟ ਆਪਸ਼ਨ, ਕਲੋਰੋਫਿਲ ਦੁਆਰਾ ਪ੍ਰਕਾਸ਼ ਊਰਜਾ ਨੂੰ ਸੋਖਿਤ ਕਰਨਾ। ਬਿਲਕੁਲ ਸਹੀ। ਪ੍ਰਕਾਸ਼ ਊਰਜਾ ਨੂੰ ਰਸਾਇਣਿਕ ਊਰਜਾ ਵਿੱਚ ਬਦਲਣਾ। ਬਿਲਕੁਲ ਸਹੀ। ਕਾਰਬਨ ਡਾਈਆਕਸਾਈਡ ਦਾ ਕਾਰਬੋਹਾਈਡਰੇਟ ਵਿੱਚ ਲਘੂਕਰਨ। ਇਹ ਵੀ ਸਹੀ। ਮਤਲਬ ਉਪਰੋਕਤ ਸਾਰੇ ਇਹਦੇ ਵਿੱਚ ਹੁੰਦੇ ਹਨ। ਇੱਕ ਪ੍ਰਯੋਗ ਦੌਰਾਨ ਅਧਿਆਪਕ ਨੇ ਪੌਦੇ ਨੂੰ 3 ਦਿਨ ਹਨੇਰੇ ਕਮਰੇ ਵਿੱਚ ਰੱਖਿਆ। ਕਿਉਂ ਰੱਖਿਆ ਸੀ ਬੇਟਾ ਇਸ ਕਿਰਿਆ ਦੇ ਵਿੱਚ? ਤਾਂ ਜੋ ਇਹ ਪੂਰਨ ਤੌਰ 'ਤੇ ਸਟਾਰਚ ਰਹਿਤ ਹੋ ਜਾਵੇ। ਇੱਕ ਪ੍ਰਯੋਗ ਦੌਰਾਨ ਕਾਰਤਿਕ ਨੇ ਵੇਖਿਆ ਕਿ ਅਧਿਆਪਕ ਨੇ ਪੌਦੇ ਨੇੜੇ ਬਾਚ ਗਲਾਸ ਵਿੱਚ ਸੋਡੀਅਮ ਹਾਈਡਰੋਕਸਾਈਡ ਰੱਖਿਆ ਹੈ। ਪੁੱਛਣ 'ਤੇ ਅਧਿਆਪਕ ਨੇ ਇਸ ਹੇਠ ਲਿਖਿਆਂ ਵਿੱਚੋਂ ਕੀ ਉੱਤਰ ਦਿੱਤਾ? ਸੋਡੀਅਮ ਹਾਈਡਰੋਕਸਾਈਡ ਦਾ ਉਪਯੋਗ ਕਾਰਬਨ ਡਾਈਆਕਸਾਈਡ ਨੂੰ ਜਜ਼ਬ ਕਰਨ ਲਈ ਕੀਤਾ ਜਾਂਦਾ ਹੈ। ਇਹ ਉੱਤਰ ਦਿੱਤਾ ਅਧਿਆਪਕ ਨੇ। ਸੋਡੀਅਮ ਹਾਈਡਰੋਕਸਾਈਡ ਦਾ ਉਪਯੋਗ ਕਾਰਬਨ ਡਾਈਆਕਸਾਈਡ ਨੂੰ ਜਜ਼ਬ ਕਰਨ ਲਈ ਕੀਤਾ ਜਾਂਦਾ ਹੈ। ਅਗਲਾ, ਜਦੋਂ ਗਾਰਡ ਸੈੱਲਾਂ ਵਿੱਚੋਂ ਪਾਣੀ ਨਿਕਲ ਜਾਂਦਾ ਤਾਂ ਕੀ ਹੁੰਦਾ ਵੀ? ਸਟੋਮੇਟਾ ਬੰਦ ਹੋ ਜਾਂਦੇ ਨੇ। ਬਹੁਤ ਆਸਾਨ ਹੈ। ਜਦੋਂ ਪਾਣੀ ਭਰ ਜਾਂਦਾ ਉਦੋਂ ਸਟੋਮੇਟਾ ਖੁੱਲ੍ਹ ਜਾਂਦੇ ਨੇ ਤਾਂ ਕਿ ਪਾਣੀ ਬਾਹਰ ਆ ਸਕੇ।
ਜਦੋਂ ਪਾਣੀ ਨਿਕਲ ਜਾਂਦਾ ਹੈ ਤਾਂ ਉਦੋਂ ਸਟੋਮੇਟਾ ਬੰਦ ਹੋ ਜਾਂਦੇ। ਅਭਿਨਵ ਜਾਣਦਾ ਹੈ ਕਿ ਕੁਝ ਜੀਵ ਭੋਜਨ ਪਦਾਰਥਾਂ ਦਾ ਵਿਘਟਨ ਸਰੀਰ ਦੇ ਬਾਹਰ ਹੀ ਕਰ ਦਿੰਦੇ ਹਨ, ਪਰ ਅਭਿਨਵ ਨੂੰ ਉਹਨਾਂ ਦੇ ਨਾਂ ਨਹੀਂ ਪਤਾ। ਉਹਨਾਂ ਜੀਵਾਂ ਦੇ ਨਾਂ ਦੱਸੋ। ਕਿਹੜੇ ਨੇ ਬੇਟਾ ਉਹ? ਉੱਲੀ ਅਤੇ ਖਮੀਰ, ਮਤਲਬ ਊੜਾ ਅਤੇ ਈੜੀ ਆਪਸ਼ਨ ਦੋਨੇ ਇਹਦੇ ਲਈ, ਊੜਾ ਅਤੇ ਆੜਾ ਆਪਸ਼ਨ ਦੋਵੇਂ ਇਹਦੇ ਲਈ ਸਹੀ ਹਨ। ਠੀਕ ਹੈ ਬੇਟਾ। ਮਨੁੱਖੀ ਛੋਟੀ ਅੰਦਰ ਨਾਲ ਸੰਬੰਧਿਤ ਸਹੀ ਤੱਤ ਦੀ ਚੋਣ ਕਰੋ। ਇਹ ਭੋਜਨ ਨਲੀ ਦਾ ਸਭ ਤੋਂ ਲੰਬਾ ਭਾਗ ਹੈ, ਵੱਡਾ ਭਾਗ ਹੈ, ਸਹੀ ਹੈ। ਇਹ ਕੁੰਡਲਦਾਰ ਹੁੰਦੀ ਹੈ, ਸਹੀ ਹੈ। ਇਹ 3 ਭਾਗਾਂ ਵਿੱਚ ਵੰਡੀ ਹੁੰਦੀ ਹੈ, ਸਹੀ ਹੈ। ਮਤਲਬ ਉਪਰੋਕਤ ਸਾਰੇ ਭੋਜਨ ਨਲੀ ਨਾਲ ਛੋਟੀ ਅੰਦਰ ਨਾਲ ਸੰਬੰਧਿਤ ਨੇ ਅਤੇ ਸਹੀ ਹਨ। ਮਨੁੱਖੀ ਲਾਰ ਗ੍ਰੰਥੀਆਂ ਦੁਆਰਾ ਹੇਠ ਲਿਖਿਆਂ ਵਿੱਚੋਂ ਕਿਹੜੇ ਰਸ ਦਾ ਰਿਸਾਵ ਕੀਤਾ ਜਾਂਦਾ ਬੇਟਾ? ਅਮਾਈਲੇਜ਼। ਠੀਕ ਹੈ, ਲਾਰ ਗ੍ਰੰਥੀ ਦੇ ਵਿੱਚ ਕਿਹੜਾ ਹੁੰਦਾ? ਰਸ ਅਮਾਈਲੇਜ਼। ਜੈਵਿਕ ਪ੍ਰਕਿਰਿਆ ਦੌਰਾਨ ਸੈੱਲ ਦੇ ਕਿਹੜੇ ਭਾਗ ਵਿੱਚ ਗਲੂਕੋਜ਼ ਦਾ ਪਿਊਰੂਵੇਟ ਵਿੱਚ ਪਰਿਵਰਤਨ ਹੁੰਦਾ? ਕੀ ਹੁੰਦਾ ਹੈ? ਸਾਈਟੋਪਲਾਜ਼ਮ ਦੇ ਵਿੱਚ। ਠੀਕ ਹੈ ਬੇਟਾ। ਅਗਲਾ ਇਹ ਵੀ ਜੈਵਿਕ ਪ੍ਰਕਿਰਿਆਵਾਂ ਨਾਲ ਹੀ ਸੰਬੰਧਿਤ ਹੈ। ਸ਼੍ਰੇਆ ਉਹਨਾਂ ਜੀਵਾਂ ਦੇ ਨਾਂ ਜਾਣਨਾ ਚਾਹੁੰਦੀ ਹੈ ਜੋ ਪੌਦਿਆਂ ਜਾਂ ਜੰਤੂਆਂ ਨੂੰ ਬਿਨਾਂ ਮਾਰੇ ਉਹਨਾਂ ਤੋਂ ਭੋਜਨ ਪ੍ਰਾਪਤ ਕਰਦੇ ਹਨ। ਹੇਠ ਲਿਖਿਆਂ ਵਿੱਚੋਂ ਚੁਣੋ। ਜੂੰ, ਫੀਤਾ, ਕਰਮ, ਅੰਬਰਵੇਲ, ਇਹ ਸਾਰੇ ਹੀ ਨੇ ਜਿਹੜੇ ਬਿਨਾਂ ਮਾਰੇ ਭੋਜਨ ਪ੍ਰਾਪਤ ਕਰਦੇ ਹਨ। ਅਗਲਾ ਕੁਐਸਚਨ ਦੇਖੋ। ਸਧਾਰਨ ਪਰਿਸਥਿਤੀਆਂ ਵਿੱਚ ਮੈਦੇ ਦੀ ਅੰਦਰਲੀ ਸਤ੍ਹਾ ਦੀ ਤੇਜ਼ਾਬ ਤੋਂ ਰੱਖਿਆ ਕੌਣ ਕਰਦਾ ਹੈ ਬੇਟਾ? ਮਿਊਕਸ ਹੁੰਦਾ ਜਿਹੜਾ ਆਪਣੇ ਅੰਦਰਲੇ ਭਾਗ ਨੂੰ ਹਾਈਡਰੋਕਲੋਰਿਕ ਤੇਜ਼ਾਬ ਤੋਂ ਬਚਾਉਂਦਾ ਹੈ। ਮੀਰਾ ਜਾਣਨਾ ਚਾਹੁੰਦੀ ਹੈ ਕਿ ਭੋਜਨ ਨਲੀ ਦਾ ਸਭ ਤੋਂ ਲੰਬਾ ਭਾਗ ਕਿਹੜਾ ਹੈ? ਉਹ ਆਪਾਂ ਪਹਿਲਾਂ ਹੀ ਕਰ ਚੁੱਕੇ, ਜਿਹੜਾ ਬੇਟਾ ਛੋਟੀ ਆਂਦਰ। ਸ਼ੈਲੀ ਜਾਣਦੀ ਹੈ ਕਿ ਮਨੁੱਖਾਂ ਵਿੱਚ ਸਾਹ ਵਰਣਕ ਹੀਮੋਗਲੋਬਿਨ ਹੈ ਜਿਸ ਦੀ ਆਕਸੀਜਨ ਲਈ ਬਹੁਤ ਜ਼ਿਆਦਾ ਖਿੱਚ ਹੈ। ਇਹ ਵਰਣਕ ਕਿੱਥੇ ਪਾਇਆ ਜਾਂਦਾ ਹੈ? ਇਹ ਲਹੂ ਦੇ ਵਿੱਚ ਲਾਲ ਰਕਤਾਣੂਆਂ ਵਿੱਚ ਪਾਇਆ ਜਾਂਦਾ ਹੈ। ਕਮਲ ਨੂੰ ਸਮਝ ਨਹੀਂ ਆ ਰਿਹਾ ਕਿ ਗੁਰਦੇ ਸਰੀਰ ਦੀ ਕਿਸ ਪ੍ਰਣਾਲੀ ਨਾਲ ਸੰਬੰਧਿਤ ਹਨ। ਕੀ ਤੁਸੀਂ ਇਸ ਦਾ ਉੱਤਰ ਦੇ ਸਕਦੇ ਹੋ? ਪੋਸ਼ਣ ਪ੍ਰਣਾਲੀ, ਸਾਹ ਪ੍ਰਣਾਲੀ, ਮਲ ਤਿਆਗ ਪ੍ਰਣਾਲੀ, ਪ੍ਰਵਹਿਣ ਪ੍ਰਣਾਲੀ। ਕਿਸ ਨਾਲ ਸੰਬੰਧਿਤ ਹਨ ਬੇਟਾ? ਗੁਰਦੇ ਮਲ ਤਿਆਗ ਪ੍ਰਣਾਲੀ। ਸ਼ਾਮ ਨੂੰ ਸਮਝ ਨਹੀਂ ਆ ਰਿਹਾ ਕਿ ਮੂੰਹ ਵਿੱਚ ਲਾਰ ਕੀ ਕੰਮ ਕਰਦੀ ਹੈ? ਸਟਾਰਚ ਨੂੰ ਸ਼ੂਗਰ ਵਿੱਚ ਤੋੜਦੀ ਹੈ, ਬਿਲਕੁਲ ਸਹੀ। ਦੰਦਾਂ ਨੂੰ ਖਰਾਬ ਹੋਣ ਤੋਂ ਬਚਾਉਂਦੀ ਹੈ, ਭੋਜਨ ਨੂੰ ਗਿੱਲਾ ਕਰਦੀ ਹੈ। ਉਪਰੋਕਤ ਸਾਰੇ ਕੰਮ ਲਾਰ ਦੇ ਹਨ, ਸਾਰੇ ਕੰਮ ਲਾਰ ਕਰਦੀ ਹੈ। ਕੁੰਦਨ ਦੌੜ ਕੇ ਆਇਆ ਹੈ, ਹੁਣ ਉਸ ਨੂੰ ਲੱਤਾਂ ਦੀਆਂ ਪੇਸ਼ੀਆਂ ਵਿੱਚ ਅਕੜਾਅ ਮਹਿਸੂਸ ਹੋ ਰਿਹਾ। ਕਿਉਂ ਹੋ ਰਿਹਾ ਬੇਟਾ? ਕਿਉਂਕਿ ਆਕਸੀਜਨ ਦੀ ਘਾਟ ਹੋਣ ਨਾਲ ਉਹਦੇ ਪੇਸ਼ੀਆਂ ਵਿੱਚ, ਲੱਤਾਂ ਦੀਆਂ ਪੇਸ਼ੀਆਂ ਵਿੱਚ ਲੈਕਟਿਕ ਐਸਿਡ ਬਣ ਗਿਆ ਹੈ। ਇਸ ਲਈ ਇਹ ਆਪਸ਼ਨ ਸਹੀ ਬਣ ਜਾਏਗੀ। ਆਕਸੀਜਨ ਦੀ ਘਾਟ ਕਾਰਨ ਲੈਕਟਿਕ ਐਸਿਡ ਬਣਨਾ। ਅਗਲਾ, ਮਨੁੱਖ ਵਿੱਚ ਮਲ ਉਤਪਾਦਾਂ ਨੂੰ ਘੁਲਣਸ਼ੀਲ ਨਾਈਟ੍ਰੋਜਨ ਯੌਗਕਾਂ ਦੇ ਰੂਪ ਵਿੱਚ ਗੁਰਦਿਆਂ ਵਿੱਚ ਸਥਿਤ ਡੈਸ਼ ਦੁਆਰਾ ਬਾਹਰ ਕੱਢਿਆ ਜਾਂਦਾ ਹੈ। ਕਿਸ ਦੁਆਰਾ ਕੱਢਿਆ ਜਾਂਦਾ ਬੇਟਾ? ਫਿਲਟਰੀਕਰਨ ਇਕਾਈਆਂ ਨੈਫਰਾਨ ਦੁਆਰਾ। ਇਹ ਨੈਫਰਾਨ ਨੂੰ ਗੁਰਦਿਆਂ ਦੀ ਕਾਰਜਾਤਮਕ ਅਤੇ ਰਚਨਾਤਮਕ ਇਕਾਈ ਵੀ ਕਿਹਾ ਜਾਂਦਾ ਹੈ। ਆਰੂ ਨੇ ਨੋਟ ਕੀਤਾ ਕਿ ਸੱਟ ਲੱਗਣ ਦੇ ਕੁਝ ਦੇਰ ਬਾਅਦ ਲਹੂ ਦਾ ਰਿਸਾਵ ਬੰਦ ਹੋ ਗਿਆ। ਲਹੂ ਦੇ ਕਿਹੜੇ ਸੈੱਲ ਸੱਟ ਵਾਲੀ ਥਾਂ 'ਤੇ ਲਹੂ ਨੂੰ ਜਮਾ ਕੇ ਲਹੂ ਦਾ ਰਿਸਣਾ ਬੰਦ ਕਰ ਦਿੰਦੇ ਹਨ? ਇਹ ਵੀ ਕਾਫੀ ਇੰਪੋਰਟੈਂਟ ਆ। ਕਿਹੜੇ ਹੁੰਦੇ ਆ ਬੇਟਾ? ਉਹ ਪਲੇਟਲੈਟਸ ਹੁੰਦੇ ਨੇ ਜਿਹੜੇ ਲਹੂ ਦੇ ਵਿੱਚ, ਜਿੱਥੇ ਕਿਤੇ ਸੱਟ ਲੱਗ ਗਈ ਉੱਥੋਂ ਲਹੂ ਦਾ ਰਿਸਾਵ ਹੁੰਦਾ ਉਸ ਨੂੰ ਇਹ ਰੋਕ ਦਿੰਦੇ ਨੇ, ਉੱਥੇ ਆ ਕੇ ਲਹੂ ਨੂੰ ਜਮਾ ਦਿੰਦੇ ਨੇ। ਠੀਕ ਹੈ ਬੇਟਾ। ATP ਦਾ ਪੂਰਾ ਨਾਂ ਕੀ ਹੈ? ATP ਦਾ ਪੂਰਾ ਨਾਂ ਐਡੀਨੋਸਿਨ ਟ੍ਰਾਈਫਾਸਫੇਟ ਹੈ। ਪਹਿਲੀ ਆਪਸ਼ਨ ਇਸ ਲਈ ਸਹੀ ਹੈ। ਇੱਕ 3D ਮਾਡਲ ਦੀ ਸਹਾਇਤਾ ਨਾਲ ਸਾਇੰਸ ਅਧਿਆਪਕ ਦੁਆਰਾ ਵਿਦਿਆਰਥੀਆਂ ਨੂੰ ਸਾਹ ਪ੍ਰਣਾਲੀ ਬਾਰੇ ਪੜ੍ਹਾਇਆ ਗਿਆ। ਰਮਨ ਨੇ ਪ੍ਰੀਖਣ ਕੀਤਾ ਕਿ ਇਸ ਵਿੱਚ ਇੱਕ ਅਜਿਹਾ ਅੰਗ ਹੈ ਜਿਸ ਵਿੱਚ ਉੱਚ ਦਬਾਅ ਨਾਲ ਹਵਾ ਨਿਕਲਦੀ ਹੈ ਤਾਂ ਧੁਨੀ ਪੈਦਾ ਹੁੰਦੀ ਹੈ। ਇਹ ਕਿਹੜਾ ਅੰਗ ਹੈ? ਕਿਹੜਾ ਅੰਗ ਹੈ ਬੇਟਾ? ਇਹ ਕੰਠ ਪਟਾਰੀ। ਪਾਚਨ ਪ੍ਰਣਾਲੀ ਅਤੇ ਸਾਹ ਪ੍ਰਣਾਲੀ ਦਾ ਸਾਂਝਾ ਰਸਤਾ ਹੋਣ ਦੇ ਬਾਵਜੂਦ ਭੋਜਨ ਸਾਹ ਨਲੀ ਵਿੱਚ ਦਾਖਲ ਨਾ ਹੋਣ ਦਾ ਕੀ ਕਾਰਨ ਹੈ? ਇਹਦੇ ਵਿੱਚ ਟਰੇਕੀਆ ਹੁੰਦਾ। ਠੀਕ ਹੈ, ਕੀ ਕਰਨਾ ਬੇਟਾ? ਟਰੇਕੀਆ। ਅਗਲਾ ਚੈਪਟਰ ਜੀਵ ਪ੍ਰਜਨਨ ਕਿਵੇਂ ਕਰਦੇ ਹਨ? ਇਹਦੀ ਵੀ ਵਰਕਸ਼ੀਟ ਹੈ। ਪਹਿਲਾ ਕੁਐਸਚਨ, ਲਿੰਗੀ ਜਨਨ ਵਡਿੰਗ ਦੁਆਰਾ ਇਹਨਾਂ ਵਿੱਚੋਂ
ਕਿਸ ਵਿੱਚ ਹੁੰਦਾ ਹੈ? ਇੰਪੋਰਟੈਂਟ ਕੁਐਸਚਨ ਨੇ ਬੇਟਾ ਇਹ ਸਾਰੀ ਵਰਕਸ਼ੀਟਸ ਵਾਲੇ। ਕਿਸ ਵਿੱਚ ਹੁੰਦਾ ਬੇਟਾ? ਪਹਿਲਾਂ ਵੀ ਆਪਣੇ ਪੇਪਰ ਦੇ ਵਿੱਚ ਇਹ ਆ ਚੁੱਕਿਆ ਕਈ ਵਾਰ, ਯੀਸਟ ਵਿੱਚ ਹੁੰਦਾ। ਹੇਠ ਲਿਖਿਆਂ ਵਿੱਚੋਂ ਕਿਹੜਾ ਮਨੁੱਖ ਵਿੱਚ ਮਾਦਾ ਜਨਨ ਪ੍ਰਣਾਲੀ ਦਾ ਭਾਗ ਨਹੀਂ ਹੈ? ਕਿਹੜਾ ਨਹੀਂ ਹੈ ਬੇਟਾ? ਸ਼ੁਕਰਾਣੂ ਵਹਿਣੀ, ਇਹ ਨਰ ਜਨਨ ਪ੍ਰਣਾਲੀ ਦਾ ਭਾਗ ਹੈ, ਬਾਕੀ ਸਾਰੇ ਮਾਦਾ ਪ੍ਰਜਨਨ ਪ੍ਰਣਾਲੀ ਦੇ ਭਾਗ ਹਨ। ਕਾਇਕ ਪ੍ਰਜਨਨ ਪੌਦੇ ਦੇ ਕਿਸ ਭਾਗ ਦੁਆਰਾ ਹੁੰਦਾ ਹੈ? ਜੜ੍ਹਾਂ ਦੁਆਰਾ ਵੀ ਹੁੰਦਾ, ਤਣੀ ਦੁਆਰਾ ਵੀ ਹੁੰਦਾ, ਪੱਤੇ ਦੁਆਰਾ ਵੀ ਹੁੰਦਾ, ਮਤਲਬ ਉਪਰੋਕਤ ਸਾਰਿਆਂ ਦੁਆਰਾ ਹੁੰਦਾ। ਇਹਨਾਂ ਵਿੱਚੋਂ ਕਿਹੜੀ ਗਰਭ ਵਿਰੋਧੀ ਯੁਕਤੀ ਹੈ? ਕੌਂਡਮ, ਗਰਭ ਨਿਰੋਧਕ ਗੋਲੀਆਂ, ਕਾਪਰ ਟੀ। ਉਪਰੋਕਤ ਸਾਰੇ ਹੀ ਗਰਭ ਵਿਰੋਧੀ ਯੁਕਤੀਆਂ ਹਨ। ਫੁੱਲਾਂ ਵਾਲੇ ਪੌਦਿਆਂ ਵਿੱਚ ਜਨਨ ਪ੍ਰਕਿਰਿਆ ਵਿੱਚ ਪਰਾਗ ਕਣ ਪੁੰਕੇਸਰ ਤੋਂ ਇਸਤਰੀ ਕੇਸਰ ਦੇ ਸਟਿਗਮਾ ਤੱਕ ਪਰਿਵਹਨ ਕਰਦੇ ਹਨ। ਇਸ ਪ੍ਰਕਿਰਿਆ ਨੂੰ ਕੀ ਆਖਿਆ ਜਾਂਦਾ ਹੈ? ਪਰਾਗਣ। ਠੀਕ ਹੈ ਬੇਟਾ, ਇੰਪੋਰਟੈਂਟ ਕੁਐਸਚਨ ਹੈ। ਨਰ ਜਨਨ ਸੈੱਲ ਜਾਂ ਸ਼ੁਕਰਾਣੂ ਦਾ ਨਿਰਮਾਣ ਕਿੱਥੇ ਹੁੰਦਾ ਹੈ? ਪਤਾਲੂਆਂ ਵਿੱਚ। ਠੀਕ ਹੈ, ਇਹ ਵੀ ਇੰਪੋਰਟੈਂਟ ਹੈ। ਮਾਦਾ ਜਨਨ ਸੈੱਲ ਜਾਂ ਅੰਡ ਸੈੱਲਾਂ ਦਾ ਨਿਰਮਾਣ ਕਿੱਥੇ ਹੁੰਦਾ ਬੇਟਾ? ਮਾਦਾ ਜਨਨ ਸੈੱਲ ਜਾਂ ਅੰਡ ਸੈੱਲਾਂ ਦਾ ਨਿਰਮਾਣ ਕਿੱਥੇ ਹੁੰਦਾ ਹੈ? ਅੰਡਕੋਸ਼ ਵਿੱਚ। ਭਰੂਣ ਨੂੰ ਮਾਂ ਦੇ ਲਹੂ ਤੋਂ ਪੋਸ਼ਣ ਮਿਲਦਾ ਹੈ, ਇਸ ਦੇ ਲਈ ਇੱਕ ਵਿਸ਼ੇਸ਼ ਰਚਨਾ ਹੁੰਦੀ ਹੈ ਜਿਸ ਨੂੰ ਡੈਸ਼ ਕਿਹਾ ਜਾਂਦਾ। ਕੀ ਕਹਿੰਦਾ ਬੇਟਾ? ਉਹਨਾਂ ਨੂੰ ਪਲੇਸੈਂਟਾ ਕਿਹਾ ਜਾਂਦਾ ਹੈ। ਅਧਿਆਪਕ ਨੇ ਜਮਾਤ ਵਿੱਚ ਪ੍ਰਸ਼ਨ ਪੁੱਛਿਆ ਕਿ ਜੰਤੂਆਂ ਵਿੱਚ ਪ੍ਰਜਨਨ ਦੀ ਉਸ ਵਿਧੀ ਦਾ ਨਾਂ ਦੱਸੋ ਜਿਸ ਵਿੱਚ ਬੱਚੇ ਪੈਦਾ ਕਰਨ ਲਈ ਨਰ ਅਤੇ ਮਾਦਾ ਵਿੱਚੋਂ ਕੇਵਲ ਇੱਕ ਹੀ ਕਾਫੀ ਹੁੰਦਾ ਹੈ। ਹੇਠ ਲਿਖੇ ਉੱਤਰਾਂ ਵਿੱਚੋਂ ਸਹੀ ਉੱਤਰ ਚੁਣੋ। ਕਿਹੜਾ ਹੁੰਦਾ ਬੇਟਾ ਉਹ? ਪੁਨਰ ਜਨਨ। ਇਹਦੇ ਵਿੱਚ ਇੱਕ ਹੀ ਕਾਫੀ ਹੁੰਦਾ ਹੈ। ਕੁਝ ਪੌਦਿਆਂ ਵਿੱਚ ਕਾਇਕ ਪ੍ਰਜਨਨ ਦੁਆਰਾ ਡੈਸ਼ ਤੋਂ ਨਵੇਂ ਪੌਦੇ ਵਿਕਸਿਤ ਹੁੰਦੇ ਹਨ। ਕਿਸ ਤੋਂ ਹੁੰਦੇ ਆ ਬੇਟਾ? ਤਣੇ, ਜੜ੍ਹਾਂ ਅਤੇ ਪੱਤਿਆਂ ਤੋਂ। ਇਹਨਾਂ ਵਿੱਚੋਂ ਕਿਹੜਾ ਖੰਡਨ ਵਿਧੀ ਰਾਹੀਂ ਪ੍ਰਜਨਨ ਕਰਦਾ ਹੈ? ਅਮੀਬਾ ਵੀ ਕਰਦਾ ਹੈ, ਬੈਕਟੀਰੀਆ ਵੀ ਕਰਦਾ ਹੈ, ਖੰਡਨ ਵਿਧੀ ਰਾਹੀਂ ਪਲਾਜ਼ਮੋਡੀਅਮ ਵੀ ਕਰਦਾ ਹੈ, ਮਤਲਬ ਉਪਰੋਕਤ ਸਾਰੇ ਵਿਖੰਡਨ ਵਿਧੀ ਰਾਹੀਂ ਪ੍ਰਜਨਨ ਕਰਦੇ ਹਨ। ਮਨੀ ਪਲਾਂਟ ਪੌਦੇ ਵਿੱਚ ਪ੍ਰਜਨਨ ਕਿਸ ਵਿਧੀ ਰਾਹੀਂ ਹੁੰਦਾ ਹੈ? ਕਿਸ ਵਿਧੀ ਰਾਹੀਂ ਹੁੰਦਾ ਬੇਟਾ? ਕਾਇਕ ਪ੍ਰਜਨਨ ਰਾਹੀਂ। ਹੇਠਾਂ ਦਿਖਾਏ ਚਿੱਤਰ ਵਿੱਚ ਜੀਵ ਪ੍ਰਜਨਨ ਦੀ ਕਿਹੜੀ ਵਿਧੀ ਹੈ? ਕਿਹੜੀ ਵਿਧੀ ਹੈ ਬੇਟਾ? ਅਮੀਬਾ ਵਿੱਚ ਇਹ ਵਿਧੀ ਹੁੰਦੀ ਹੈ। ਕਿਹੜੀ ਹੈ ਇਹ? ਦੋ ਖੰਡਨ। ਹਾਈਡਰਾ ਵਿੱਚ ਸੈੱਲਾਂ ਦੇ ਨਿਯਮਿਤ ਵਿਭਾਜਨ ਦੇ ਕਾਰਨ ਇੱਕ ਸਥਾਨ ਉੱਤੇ ਆਭਾਰ ਵਿਕਸਿਤ ਹੋ ਜਾਂਦਾ ਹੈ। ਇਸ ਆਭਾਰ ਨੂੰ ਕੀ ਆਖਦੇ ਹਾਂ? ਵੱਡ, ਜਾਂ ਇੰਗਲਿਸ਼ ਦੇ ਵਿੱਚ ਆਪਾਂ ਉਹਨੂੰ ਵੱਡਿੰਗ ਬੋਲਦੇ ਹਾਂ, ਇਸ ਕਰਕੇ ਵੱਡ, ਜਾਂ ਆਪਾਂ ਪੰਜਾਬੀ 'ਚ ਕੀ ਬੋਲਦੇ ਹਾਂ ਉਹਨੂੰ? ਕਲੀ। ਇਹਨਾਂ ਵਿੱਚੋਂ ਲਿੰਗੀ ਕਿਰਿਆਵਾਂ ਰਾਹੀਂ ਹੋਣ ਵਾਲਾ ਰੋਗ ਕਿਹੜਾ ਹੈ? ਏਡਸ, ਗੋਨੋਰੀਆ, ਸੈਫਲਿਸ਼ ਆਊਗਾ, ਗਲਤ ਲਿਖਿਆ ਹੋਇਆ। ਉਪਰੋਕਤ ਸਾਰੇ ਰੋਗ ਹੀ ਲਿੰਗੀ ਕਿਰਿਆਵਾਂ ਦੁਆਰਾ ਹੋਣ ਵਾਲੇ ਰੋਗ ਹਨ। ਅਗਲਾ ਕੁਐਸਚਨ, ਪਰਾਗ ਕੋਸ਼ ਵਿੱਚ ਕੀ ਹੁੰਦਾ? 16ਵਾਂ, ਪਰਾਗ ਕੋਸ਼ ਵਿੱਚ ਕੀ ਹੁੰਦਾ? ਇਹ ਤਾਂ ਇੰਪੋਰਟੈਂਟ ਹੀ ਹੈ, ਤੁਹਾਨੂੰ ਪਤਾ ਹੀ ਹੈ ਕੀ ਹੁੰਦਾ ਪਰਾਗ ਕੋਸ਼ ਦੇ ਵਿੱਚ ਬੇਟਾ? ਪਰਾਗ ਕਣ ਹੁੰਦੇ ਹਨ। ਜਦੋਂ ਇੱਕ ਫੁੱਲ ਤੋਂ ਪਰਾਗ ਕਣ ਦੂਜੇ ਫੁੱਲ ਉੱਤੇ ਪਰਿਵਹਨ ਕਰਦੇ ਹਨ ਤਾਂ ਇਸ ਪ੍ਰਕਿਰਿਆ ਨੂੰ ਕੀ ਆਖਦੇ ਹਨ? ਇੱਕ ਫੁੱਲ ਤੋਂ ਦੂਜੇ ਫੁੱਲ ਤੱਕ ਕੀ ਆਖਦੇ ਹਨ ਬੇਟਾ? ਉਹਨੂੰ ਪਰਪਰਾਗਣ। ਠੀਕ ਹੈ, ਪਰਪਰਾਗਣ ਆਖਦੇ ਹਨ। ਪਰਾਗ ਕਣ ਆਮ ਤੌਰ 'ਤੇ ਕਿਸ ਰੰਗ ਦੇ ਹੁੰਦੇ ਹਨ? ਪੀਲੇ ਰੰਗ ਦੇ ਹੁੰਦੇ ਹਨ। ਇਹ ਵੀ ਇੰਪੋਰਟੈਂਟ ਹੈ। ਫੁੱਲ ਦੇ ਨਰ ਜਨਨ ਸੈੱਲ ਅਤੇ ਮਾਦਾ ਜਨਨ ਸੈੱਲ ਪੈਦਾ ਕਰਨ ਵਾਲੇ ਭਾਗਾਂ ਨੂੰ ਕੀ ਕਿਹਾ ਜਾਂਦਾ ਹੈ ਬੇਟਾ? ਪਰਾਗ ਕੋਸ਼ ਅਤੇ ਅੰਡਕੋਸ਼ ਕਿਹਾ ਜਾਂਦਾ। ਮਾਦਾ ਜਨਨ ਅੰਗ ਪੁੱਛ ਲੈਣ ਤਾਂ ਆਪਾਂ ਕੀ ਲਿਖਾਂਗੇ? ਪੁੰਕੇਸਰ ਅਤੇ ਇਸਤਰੀ ਕੇਸਰ। ਅਧਿਆਪਕ ਨੇ ਗੁਰਸ਼ਰਨ ਨੂੰ ਪੁੱਛਿਆ ਕਿ ਜਦੋਂ ਫੁੱਲ ਵਿੱਚ ਪੁੰਕੇਸਰ ਅਤੇ ਇਸਤਰੀ ਕੇਸਰ ਵਿੱਚੋਂ ਕੇਵਲ ਇੱਕ ਜਨਨ ਅੰਗ ਮੌਜੂਦ ਹੁੰਦਾ ਹੈ ਤਾਂ ਉਸ ਨੂੰ ਕੀ ਕਿਹਾ ਜਾਂਦਾ ਬੇਟਾ? ਇੱਕ ਮੌਜੂਦ ਹੁੰਦਾ ਤਾਂ ਉਸ ਨੂੰ ਕੀ ਕਿਹਾ ਜਾਂਦਾ? ਇੱਕ ਲਿੰਗੀ। ਅਗਲਾ ਕੁਐਸਚਨ, ਹੇਠ ਲਿਖਿਆਂ ਵਿੱਚੋਂ ਕਿਹੜਾ ਮਨੁੱਖੀ ਨਰ ਜਨਨ ਸੈੱਲ ਹੈ? ਕਿਹੜਾ ਹੈ ਬੇਟਾ ਮਨੁੱਖੀ ਨਰ ਜਨਨ ਸੈੱਲ? ਸ਼ੁਕਰਾਣੂ ਇਹਨਾਂ ਦੇ ਵਿੱਚੋਂ ਮਨੁੱਖੀ ਨਰ ਜਨਨ ਸੈੱਲ ਹੈ ਬੇਟਾ। ਇਹ ਸੀਗੀਆਂ ਅਗਲੇ 4 ਚੈਪਟਰਾਂ ਦੀਆਂ ਵਰਕਸ਼ੀਟਸ। ਬਾਕੀ ਰਹਿੰਦੀਆਂ ਵਰਕਸ਼ੀਟ ਆਪਾਂ ਅਗਲੇ ਵੀਡੀਓ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ। ਤੁਸੀਂ ਇਹਨਾਂ ਨੂੰ ਆਪਣੀ ਕਾਪੀ 'ਤੇ ਲਿਖ ਲੈਣਾ, ਇਹਨੂੰ ਚੰਗੀ ਤਰ੍ਹਾਂ ਸਮਝ ਲੈਣਾ। ਇਹਨਾਂ ਦੇ ਵਿੱਚੋਂ ਲਗਭਗ ਤੁਹਾਨੂੰ ਅੱਧੇ ਕੁਐਸਚਨ ਨੀਅਰ ਅਬਾਊਟ
15 ਤੋਂ ਲੈ ਕੇ 20 ਤੱਕ ਤੁਹਾਨੂੰ ਇਹਨਾਂ ਦੇ ਵਿੱਚੋਂ ਕੁਐਸਚਨ ਪੱਕੇ ਪੇਪਰ ਦੇ ਵਿੱਚ ਪੁੱਛੇ ਜਾਣਗੇ। ਠੀਕ ਹੈ ਬੇਟਾ, ਥੈਂਕ ਯੂ।